हाँ जी स्टूडेंट्स, स्वागत है ਤੁਹਾਡਾ ਫਿਜ਼ਿਕਸ ਦੀ ਕਲਾਸ 'ਚ। ਅੱਜ ਆਪਾਂ ਕਰਨ ਜਾ ਰਹੇ ਹਾਂ ਮੋਸ਼ਨ ਆਫ ਅ ਬੋਡੀ ਇਨ ਅ ਵਰਟੀਕਲ ਸਰਕਲ। ਵਰਟੀਕਲ ਸਰਕਲ ਦੇ ਵਿੱਚ ਵਰਟੀਕਲ ਸਰਕਲ ਦਾ ਮਤਲਬ ਕੀ ਦੇਖੋ, ਕੋਈ ਆਪਾਂ ਸਟ੍ਰਿੰਗ ਦੇ ਨਾਲ ਸਟੋਨ ਬੰਨਿਆ ਤੇ ਇਸ ਤਰ੍ਹਾਂ ਘੁਮਾ ਰਹੇ ਹਾਂ, ਠੀਕ ਹੈ। ਇਸ ਤਰ੍ਹਾਂ ਉਹਨੂੰ ਘੁਮਾਵਾਂਗੇ ਤੇ ਇੱਕ ਵਰਟੀਕਲ ਸਰਕਲ ਦੇ ਵਿੱਚ ਸਟੋਨ ਘੁੰਮੇਗਾ। ਜਿਵੇਂ ਆ ਡਾਇਗਰਾਮ 'ਚ ਤੁਸੀਂ ਦੇਖ ਰਹੇ ਜੇ ਕਿ ਆਪਾਂ ਇੱਕ ਆ ਸਟੋਨ ਹੈ ਇੱਥੇ, ਠੀਕ ਹੈ। ਆ ਇੱਥੇ ਆਪਾਂ ਪਕੜ ਕੇ ਸਟੋਨ ਨੂੰ, ਆ ਸਟ੍ਰਿੰਗ ਹੈ, ਇਸ ਸਟ੍ਰਿੰਗ ਜਿੰਦੀ ਲੈਂਥ ਆਰ ਹੈ, ਰੇਡੀਅਸ ਆਫ ਦਾ ਸਰਕਲ ਦੇ ਬਰਾਬਰ ਆਪਾਂ ਘੁਮਾ ਰਹੇ ਹਾਂ। ਤਾਂ ਆ ਵਰਟੀਕਲ ਸਰਕਲ 'ਚ ਸਟੋਨ ਜਿਹੜਾ ਹੈ ਇਹ ਘੁੰਮ ਰਿਹਾ ਇਸ ਤਰ੍ਹਾਂ, ਠੀਕ ਹੈ। ਹੁਣ ਦੇਖੋ, ਆ ਹੈਗਾ ਲੋਐਸਟ ਪੁਆਇੰਟ ਜਿਹਨੂੰ ਆਪਾਂ ਐਲ ਨਾਲ ਲਿਖਿਆ, ਆ ਹੈਗਾ ਹਾਈਐਸਟ ਪੁਆਇੰਟ ਜਿਹਨੂੰ ਆਪਾਂ ਐਚ ਨਾਲ ਲਿਖਿਆ। ਸੋ ਲੋਐਸਟ ਪੁਆਇੰਟ ਤੇ ਵੈਲੋਸਿਟੀ v1 ਹੈ। ਹੁਣ ਦੇਖੋ ਕੀ ਹੁੰਦਾ ਹੈ, ਜਦੋਂ ਵੀ ਕੋਈ ਚੀਜ਼ ਘੁੰਮਦੀ ਹੈ ਤੇ ਉਹ ਵਰਟੀਕਲ ਸਰਕਲ 'ਚ ਤਾਂ ਹੀ ਰਹਿੰਦੀ ਹੈ, ਉਹਦੀ ਵੈਲੋਸਿਟੀ ਜਿਹੜੀ ਇੱਕ ਮਿਨੀਮਮ ਜਿਹੜਾ ਉਹ ਰਵੇ, ਉਹ ਆਪਾਂ ਕੈਲਕੂਲੇਟ ਕਰਾਂਗੇ ਇੱਥੇ ਕਿ ਕਿੰਨੀ ਮਿਨੀਮਮ ਵੈਲੋਸਿਟੀ ਐਟ ਹਾਈਐਸਟ ਜਾਂ ਲੋਐਸਟ ਪੁਆਇੰਟ ਰਵੇ ਤਾਂ ਕਿ ਇਹ ਘੁੰਮਦਾ ਰਵੇ, ਇਹ ਡਿੱਗੇ ਨਾ, ਠੀਕ ਹੈ ਨਾ। ਸੋ ਹੁਣ ਦੇਖੋ, ਲੋਐਸਟ ਪੁਆਇੰਟ ਤੇ ਵੈਲੋਸਿਟੀ v1 ਹੈ, ਲੋਐਸਟ ਪੁਆਇੰਟ ਤੇ ਹਾਈਐਸਟ ਹੋਏਗੀ ਤੇ ਹਾਈਐਸਟ ਪੁਆਇੰਟ ਤੇ ਮਿਨੀਮਮ ਹੋਏਗੀ ਵੈਲੋਸਿਟੀ, ਠੀਕ ਹੈ ਨਾ। ਲੋਐਸਟ ਪੁਆਇੰਟ ਤੇ ਸਭ ਤੋਂ ਜ਼ਿਆਦਾ ਵੈਲੋਸਿਟੀ ਹੋਏਗੀ ਤੇ ਹਾਈਐਸਟ ਪੁਆਇੰਟ ਤੇ ਸਭ ਤੋਂ ਘੱਟ ਹੋਏਗੀ। ਹੁਣ ਆਪਾਂ ਇਹਨੂੰ ਸਾਰੇ ਆਰਟੀਕਲ ਵਰਕ ਨੂੰ ਡੈਰੀਵੇਸ਼ਨ ਕਰਨ ਲਈ ਆਪਾਂ ਮੰਨ ਲੈਂਦੇ ਹਾਂ ਕਿ ਕਿਸੇ ਟਾਈਮ ਤੇ ਜਿਹੜਾ ਸਟੋਨ ਹੈ ਉਹ ਪੁਆਇੰਟ ਪੀ ਤੇ ਹੈ, ਜਿੰਦਾ ਮਾਸ ਐਮ ਹੈ ਸਟੋਨ ਦਾ, ਉਹ ਪੁਆਇੰਟ ਪੀ ਤੇ ਹੈ ਤੇ ਉੱਥੇ ਵੈਲੋਸਿਟੀ v2 ਹੈ। ਆ v2 ਵੈਲੋਸਿਟੀ ਹੈ ਪੁਆਇੰਟ ਪੀ ਤੇ। ਲੋਐਸਟ ਪੁਆਇੰਟ ਤੇ ਵੈਲੋਸਿਟੀ ਕਿਉਂਕਿ ਬਾਕੀਆਂ ਨਾਲੋਂ ਵੱਖ ਹੋਏਗੀ, ਜ਼ਿਆਦਾ ਹੋਏਗੀ ਸਭ ਤੋਂ, ਤਾਂ ਕਰਕੇ ਇਹਨੂੰ v1 ਲੈ ਲਿਆ। ਤੇ ਹੋਰ ਕਿਸੇ ਪੁਆਇੰਟ ਤੇ ਵੈਲੋਸਿਟੀ ਜਿਹੜੀ ਹੈ ਇਹਦੇ ਨਾਲੋਂ ਅਲੱਗ ਹੋਏਗੀ, ਤਾਂ ਕਰਕੇ ਉੱਥੇ ਕਿਸੇ ਵੀ ਪੁਆਇੰਟ ਤੇ ਆਪਾਂ v2 ਲੈ ਲਈ, ਠੀਕ ਹੈ। ਹੁਣ ਦੇਖੋ ਕਿ ਇਹ ਮਾਸ mg ਜਿਹੜਾ ਵੇਟ ਹੈ ਉਹ ਡਾਊਨਵਰਡ ਐਕਟ ਕਰ ਰਿਹਾ ਸਟੋਨ ਦਾ ਉਸ ਪਰਟੀਕੂਲਰ ਪੁਆਇੰਟ ਤੇ, ਤੇ ਕਿਉਂਕਿ ਆ ਐਂਗਲ ਥੀਟਾ ਬਣਾ ਰਿਹਾ ਹੈ ਵਰਟੀਕਲ ਲਾਈਨ ਦੇ ਨਾਲ, ਵਰਟੀਕਲ ਲਾਈਨ ਨਾਲ ਥੀਟਾ ਐਂਗਲ ਬਣਾ ਰਿਹਾ, ਆ ਵਰਟੀਕਲ ਲਾਈਨ ਦੇ ਪੈਰਲਲ ਹੀ ਆ ਲਾਈਨ ਹੋਏਗੀ, ਜਿੰਨਾ ਐਂਗਲ ਆ ਹੋਏਗਾ ਉਨਾ ਹੀ ਆ ਹੋ ਗਿਆ, ਇਹ ਕੋਰਸਪੋਂਡਿੰਗ ਐਂਗਲਸ ਨੇ। ਸੋ ਆ ਐਂਗਲ ਥੀਟਾ ਹੋਣ ਕਰਕੇ ਆਪਾਂ ਇਸ ਡਾਇਰੈਕਸ਼ਨ ਦੇ ਵਿੱਚ mg ਦਾ ਕੰਪੋਨੈਂਟ mg ਕੋਸ ਥੀਟਾ ਹੋ ਗਿਆ, ਕਿਉਂਕਿ ਥੀਟਾ ਜਿਹੜੇ ਪਾਸੇ ਬਣਦਾ ਹੈ ਉਧਰ ਕੋਸ ਕੰਪੋਨੈਂਟ ਇਹਦੇ ਪਰਪੈਂਡੀਕੂਲਰ ਇੱਧਰਲੇ ਪਾਸੇ, ਇਹਦੇ ਵਿੱਚੋਂ ਲੰਘ ਕੇ 90 ਡਿਗਰੀ ਤੇ ਆ 90 ਡਿਗਰੀ ਕੋਣ ਬਣੇਗਾ ਪੂਰਾ, ਇਹਦੇ ਪਰਪੈਂਡੀਕੂਲਰ ਇੱਧਰ ਆਪਾਂ ਕੰਪੋਨੈਂਟ ਕੀਤੇ ਹੋਏ ਅੱਗੇ ਵੀ mg ਸਾਈਨ ਥੀਟਾ ਬਣੇਗਾ, ਠੀਕ ਹੈ ਨਾ। ਕਿਸੇ ਵੀ ਚੀਜ਼ ਦੇ ਕੰਪੋਨੈਂਟਸ ਐਵੇਂ ਆਪਾਂ ਲਿਖਦੇ ਹਾਂ mg ਕੋਸ ਥੀਟਾ, ਜੇ ਜਿੰਨੀ ਦੀ ਵੈਲਿਊ ਉਹਦਾ ਕੋਸ ਇੱਧਰ ਹੁੰਦਾ ਹੈ, ਇੱਧਰ ਥੀਟਾ ਬਣਦਾ ਹੈ ਤੇ ਉਹਦੇ 90 ਡਿਗਰੀ ਤੇ ਉਹਦਾ ਸਾਈਨ ਕੰਪੋਨੈਂਟ ਹੁੰਦਾ ਹੈ। ਸੋ mg ਸਾਈਨ ਕੰਪੋਨੈਂਟ ਟੈਂਜੈਂਟ ਦੇ ਅਲੋਂਗ ਹੋਏਗਾ, ਵੈਲੋਸਿਟੀ ਦੇ ਆਪੋਜ਼ਿਟ, ਤੇ ਰੇਡੀਅਸ ਦੇ ਅਲੋਂਗ। ਤਾਂ ਦੇਖੋ ਜਿਹੜੀ ਸਟ੍ਰਿੰਗ ਹੈ ਉਹਨੂੰ ਖਿੱਚ ਇੱਧਰ ਪੈ ਰਹੀ ਹੈ, ਸੋ ਟੈਂਸ਼ਨ ਜਿਹੜੀ ਹੈ ਉਹ ਐਂ ਲੱਗੇਗੀ, ਠੀਕ ਹੈ ਨਾ। ਜਦੋਂ ਖਿੱਚ ਪਏਗੀ ਤਾਂ ਟੈਂਸ਼ਨ ਫੋਰਸ ਜਿਹੜੀ ਹੈ ਲੱਗਦੀ ਹੈ, ਸੋ ਟੈਂਸ਼ਨ ਦੀ ਡਾਇਰੈਕਸ਼ਨ ਕੇਂਦਰ ਵੱਲ ਹੁੰਦੀ ਹੈ ਹਮੇਸ਼ਾ, ਠੀਕ ਹੈ ਨਾ। ਸੋ ਉਹਨੂੰ ਆਪਾਂ ਖਿੱਚਦੇ ਹਾਂ ਤੇ ਟੈਂਸ਼ਨ ਜਿਹੜੀ ਹੈ ਉਹ ਇਸ ਡਾਇਰੈਕਸ਼ਨ ਵਿੱਚ ਲੱਗ ਰਹੀ ਹੈ। ਸੋ ਟੈਂਸ਼ਨ ਦੇ ਆਪੋਜ਼ਿਟ ਡਾਇਰੈਕਸ਼ਨ 'ਚ mg ਕੋਸ ਥੀਟਾ ਕੰਪੋਨੈਂਟ ਆ ਗਿਆ। ਹੁਣ ਦੇਖੋ ਇਸ ਪੁਆਇੰਟ ਤੇ ਉਹਦੀ ਜ਼ਮੀਨ ਤੋਂ ਹਾਈਟ ਜਿਹੜੀ ਹੈ ਉਹ h ਹੈ, ਠੀਕ ਹੈ ਨਾ। ਆ ਸਮਾਲ h ਆਪਾਂ ਲਿਖਿਆ, ਠੀਕ ਹੈ, ਇਹਨੂੰ ਆਪਾਂ ਸਾਫ਼ ਲਿਖ ਦਿੰਦੇ ਥੋੜਾ, ਠੀਕ ਹੈ। ਸੋ ਇਹ ਸਮਾਲ h ਹਾਈਟ ਹੈਗੀ ਹੈ n ਪੁਆਇੰਟ ਆਪਾਂ ਲੈ ਲਿਆ, pn ਪਰਪੈਂਡੀਕੂਲਰ ol ਆਪਾਂ ਡਰਾ ਕਰਤਾ, ਤੇ ਇਹ ਹਾਈਟ ਹੋ ਗਈ ਸਟੋਨ ਦੀ ਜ਼ਮੀਨ ਲੈਵਲ ਤੋਂ। ਬਾਕੀ ਬਚ ਗਿਆ r ਚੋਂ h ਘਟਾ ਕੇ r ਮਾਈਨਸ h, ਇੰਨੀ ਦੀ ਜਿਹੜੀ on ਹੈ, ਠੀਕ ਹੈ। ਆ ਵੀ r ਹੈ, ਠੀਕ ਹੈ, ਰੇਡੀਅਸ ਹੈ। ਸੋ ਪੂਰੀ ਜਿਹੜੀ ਲੈਂਥ ਹੈ ਉਹ 2r ਦੇ ਬਰਾਬਰ ਹੋ ਜਾਏਗੀ, h ਤੋਂ ਲੈ ਕੇ l ਤੱਕ, ਡਬਲ ਰੇਡੀਅਸ ਡਾਇਆਮੀਟਰ ਦੇ ਬਰਾਬਰ, ਠੀਕ ਹੈ। ਸੋ ਇਹ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਸਾਰਾ ਹੁਣ ਡੈਰੀਵੇਸ਼ਨ ਕਰਨ ਵੇਲੇ। ਸੋ ਆਪਾਂ ਕੀ ਕਿਹਾ ਹੈ, ਕੰਸੀਡਰ ਅ ਸਟੋਨ ਆਫ ਮਾਸ m tied to one end of a string of length r, ਕਿਉਂਕਿ ਉਹਦੀ ਲੈਂਥ ਰੇਡੀਅਸ ਦੇ ਬਰਾਬਰ ਹੈ ਤਾਂ ਕਰਕੇ r ਲਿਖਤੀ। The stone is moving in a vertical circle of radius r and center o, ठीक है। When it is at highest point h, it does not fall and velocity does not fall मतलब घूम के अगे चला जाता है, ये डिगदा नहीं, ठीक है ना। Velocity of the stone is maximum at the lowest point and minimum at the highest point। मान लो v1 velocity है, let v1 be the velocity of the stone at l means lowest point, ਆਪਾਂ ਪਹਿਲੇ ਲਿਖ ਚੁੱਕੇ ਹਾਂ, ਹੁਣ ਆਪਾਂ ਕੱਲਾ l ਲਿਖਾਂਗੇ, ਉਹ ਚੀਜ਼ਾਂ ਆਪਾਂ ਮੈਂਸ਼ਨ ਕਰ ਚੁੱਕੇ ਹਾਂ, ਠੀਕ ਹੈ। ਸੋ ਲੈਟ ਦਾ ਸਟੋਨ ਰੀਚਸ ਦਾ ਪੁਆਇੰਟ P ਐਟ ਐਨੀ ਟਾਈਮ, ਠੀਕ ਹੈ ਨਾ, ਕਿਸੇ ਟਾਈਮ ਤੇ ਪੁਆਇੰਟ P ਤੇ ਪਹੁੰਚ ਗਿਆ। ਲੈਟ v2 ਬੀ ਦਾ, ਜਿਹੜੀ ਆਪਾਂ ਅੱਗੇ ਵੀ ਗੱਲ ਕਰ ਚੁੱਕੇ ਹਾਂ, ਵੈਲੋਸਿਟੀ ਆਫ ਦਾ ਸਟੋਨ ਐਟ ਪੁਆਇੰਟ P। ਸੋ ਆਪਾਂ P ਤੋਂ ਪਰਪੈਂਡੀਕੂਲਰ ਡਰਾ ਕੀਤਾ Pn ਇਹਦੇ ਤੇ, ਸੋ ਡਰਾ Pn ਪਰਪੈਂਡੀਕੂਲਰ ਟੂ OL। ਹੁਣ NL ਇਕੁਅਲ ਟੂ H ਹੈ, ਇਹ ਵੀ ਆਪਾਂ ਗੱਲ ਕਰ ਚੁੱਕੇ ਹਾਂ,
डायग्राम सारी आप समझ चुके हैं। ये हाइट हैगी है ਉਹਦਾ स्टोन फ्रॉम लोएस्ट पॉइंट है, ठीक है ना, जमीन ग्राउंड लैवल तो लोएस्ट पॉइंट ग्राउंड लैवल के कोल होएगा, ठीक है। जो ਆਪਾਂ ਇੱਥੇ स्ट्रिंग ग्राउंड घुमावांगे तो जमीन के कोलों टच होके ਜਿਹੜਾ ਉਹ स्टोन इस तरह घूम ਰਿਹਾ, समझ लो, ठीक है। सो लोएस्ट पॉइंट ग्राउंड लैवल ते लोएस्ट पॉइंट तो एच हाइट हैगी है। सो एल पॉइंट की हाइट 0 है, मान लो, ठीक है। सो हुण किनेटिक एनर्जी ऑफ द स्टोन एट लोएस्ट पॉइंट, उत्थे किनेटिक एनर्जी क्योंकि वेलोसिटी v1 है, आप लिखांगे हाफ mv1 स्क्वायर, ठीक है। पोटेंशियल एनर्जी ऑफ द स्टोन एट लोएस्ट पॉइंट क्योंकि इतने हाइट 0 है, mgh 0 हो गया तो ये 0 हो गया, ठीक है। सो टोटल एनर्जी दोनों का जोड़ करके आ जाएगा। सो दोनों जोड़ांगे, 0 जोड़ांगे, कोई फर्क नहीं पैना, अपने को हाफ mv1 स्क्वायर ही रहेगी टोटल एनर्जी, ठीक है ना। सो टोटल एनर्जी पॉइंट एल ते, ठीक है, हाफ mv1 स्क्वायर बन गई। इस तरह आप एच दी v2 पॉइंट जो p पॉइंट है इनकी गल करिए। सो किनेटिक एनर्जी द स्टोन एट पॉइंट p, इतने देखो किनेटिक एनर्जी कितनी होएगी क्योंकि वेलोसिटी v2 है, इतने हो जाएगी हाफ mv2 स्क्वायर, ठीक है। पोटेंशियल एनर्जी कितनी हो जाएगी क्योंकि हाइट इनकी h होगी, सो इनकी पोटेंशियल एनर्जी mgh, ठीक है। सो टोटल एनर्जी कितनी हो जाएगी हाफ mv स्क्वायर, हाफ mv2 स्क्वायर प्लस mgh, ठीक है। हाफ mv2 स्क्वायर प्लस mgh ये होंगी होगी टोटल एनर्जी पॉइंट p ते, ठीक है। पॉइंट p ते होंगी टोटल एनर्जी जी है हाफ mv2 स्क्वायर प्लस mgh होगी। और आप नैक्सट करांगे। हाँ जी, देखो जो आप लॉ ऑफ कंजरवेशन एनर्जी यूज़ करांगे तो टोटल एनर्जी इस पॉइंट ते टोटल एनर्जी इस पॉइंट ते बराबर होएगी। आप अगे भी पढ़िया कि सम ऑफ किनेटिक प्लस पोटेंशियल वो चेंज नहीं होता। सो टोटल एनर्जी एट एल इज इक्वल टू टोटल एनर्जी एट पी। हुण टोटल एनर्जी एल पॉइंट ते सीगी अपनी हाफ mv1 स्क्वायर ते पॉइंट पी ते सीगी हाफ mv2 स्क्वायर प्लस mgh। हम देखो m तिना च है, ठीक है, इनू आप कॉमन करके कट देंगे। सो अपने कोल हाफ v1 स्क्वायर इज इक्वल टू हाफ v2 स्क्वायर प्लस gh रहेगा, ठीक है। हम 2 ਨਾਲ मल्टीप्लाई कर दिए तो अपने कोल दो एलसीएम लेके कर दो जो मर्जी, 2 ਨਾਲ मल्टीप्लाई कर दो तो अपने कोल की बन गया v1 स्क्वायर इज इक्वल टू v2 स्क्वायर प्लस 2gh। सो अपने कोल जी है v2 स्क्वायर की वैल्यू की आ गई, देखो v2 स्क्वायर इज इक्वल टू v1 स्क्वायर माइनस 2gh। सो v2 स्क्वायर की वैल्यू v1 स्क्वायर चो कुछ घटा के आती पी है, इहदा मतलब है v1 जिहड़ा वो वड्डा है v2, ठीक है। इसका मतलब की हो गया v1 इज ग्रेटर दैन v2। इस इक्वेशन को अपन नंबर 1 दे देना है, ठीक है। हुण देखो आप टेंशन की गल करांगे स्ट्रिंग दे विच। इत्थे जिवें आपां टी टेंशन की आपां गल कीती है। सो टी विद द टेंशन इन द स्ट्रिंग व्हेन द स्टोन इज एट पॉइंट पी, ठीक है। सो जिहड़ियां अलग अलग फोर्सिस इहदे ते लग रही ने स्टोन ते आपां डिस्कस कर लिया हुई ने, आपां उन्हां नूं लिख रहे हैं। सो पहली फोर्स आ टेंशन लग रही है अलोंग पीओ, ठीक है। वेट एम जी डाउनवर्ड एक्ट कर रहा है, ठीक है ना। तो उनके दो कंपोनेंट्स रिजोल्व करता उन्होंने आप वेट नूं कंपोनेंट्स एम जी कोस थीटा जिहड़ा टेंशन के ओपोजिट डायरैक्शन च लग रहा है तो एम जी साइन थीटा जिहड़ा टेंजेंट के अलोंग लग रहा है। सो नैट फोर्स एक्टिंग ऑन द स्टोन टूवर्ड्स द सेंटर ऑफ द सर्कल, इत्थे सेंटर वाले पासे नैट फोर्स कितनी लगेगी, देखो टी माइनस एम जी कोस थीटा, ठीक है। ये आप लिखते हैं। हाँ देखो जी
ਨੈਟ ਫੋਰਸ ਲੱਗ ਰਹੀ ਹੈ ਉਹ T ਮਾਈਨਸ mg cos ਥੀਟਾ ਹੋ ਜਾਏਗੀ। ਠੀਕ ਹੈ, ਸੋ ਇਹ ਨੈਟ ਫੋਰਸ ਜਿਹੜੀ ਕੇਂਦਰ ਵੱਲ ਲੱਗਦੀ ਹੈ ਇਹੀ ਫੋਰਸ ਆਪਾਂ ਨੂੰ ਪ੍ਰੋਵਾਈਡ ਕਰਦੀ ਹੈ ਨੈਸੈਸਰੀ ਸੈਂਟਰੀਪੀਟਲ ਫੋਰਸ। ਸੋ ਸੈਂਟਰੀਪੀਟਲ ਫੋਰਸ ਦੀ ਵੈਲਿਊ ਕੀ ਹੋ ਜਾਏਗੀ mv2 ਸਕੁਅਰ ਬਾਈ r। ਠੀਕ ਹੈ, ਸੋ ਇਹੀ ਸਟੋਨ ਨੂੰ ਸਰਕਲ ਦੇ ਵਿੱਚ ਘੁਮਾਏਗੀ। ਸੋ ਆਪਾਂ ਕੀ ਲਿਖਾਂਗੇ ਕਿ ਆਹ ਫੋਰਸ ਆਪਾਂ ਨੂੰ ਪ੍ਰੋਵਾਈਡ ਕਰ ਰਹੀ ਹੈ ਸੈਂਟਰੀਪੀਟਲ ਫੋਰਸ। ਸੋ T ਮਾਈਨਸ mg cos theta is equal to mv2 square by r। ठीक है, तो t की वैल्यू की बन जाएगी अपने को इत्थे mv2 square है by r। ठीक है, ते mg cos theta उधर जावांगे आपां नूं ये ऐड हो जाएगा जाके। ठीक है, हुण देखो अपने कोल जिहड़ी इक्वेशन 1 आपां लिखी सीगी, इक्वेशन 1 सीगी v2 स्क्वायर इज इक्वल टू v1 स्क्वायर माइनस 2g h। ठीक है, वो इक्वेशन इत्थे इक्वेशन 1 पुट कर देनी इत्थे। ठीक है, तो v2 स्क्वायर इज इक्वल टू v1 स्क्वायर माइनस 2g h इत्थे आपां पुट कर दांगे। सो पुट equation 1 in this equation। so t equal to की हो जाएगा m by r लिख लीजिए, तो v2 स्क्वायर की थां ते आपां लिख दांगे v1 स्क्वायर माइनस 2g h। ठीक है, तो प्लस mg cos थीटा। ओके, हुण देखो अपने को ट्रायंगल हैगी है OPN। इन ट्रायंगल ONP लिख लो, OPN लिख लो, ONP। अपने को cos थीटा की वैल्यू की देखो, cos थीटा बनेगा बेस ओवर हाइपोटेन्यूज। अच्छा बेस है ON, तो आप लिखांगे cos थीटा इज इक्वल टू ON ओवर OP। ठीक है, ON की वैल्यू होगी R माइनस एच, OP की वैल्यू R है। ठीक है, सो R माइनस एच ओवर R cos थीटा की वैल्यू बन गई। ये आप इत्थे पुट कर देंगे, तो अपने को T की वैल्यू की बन गई T इज इक्वल टू M बाय R v1 स्क्वायर माइनस 2gh प्लस mg r माइनस एच ओवर r। ओके, हुण देखो आपां इहनूं सिंपलीफाई करांगे। इत्थे देखो t की वैल्यू की बन गई, इत्थे हैगा अपने कोल m बाय r v1 स्क्वायर माइनस 2gh। ठीक है, इनू आपां ब्रैकेट्स खोल लेने। ठीक है, तो ब्रैकेट्स खोल के आपां देख लेने सारा। देखो आप करते हैं ब्रैकेट्स खोलनिया ने। इत्थे देखो m बाय r है, इत्थे mg है, डिनोमिनेटर 4 पे है। सो आप r बाहर लिख दिए तो g नूं अंदर लिख दिए, तो की बनेगा देखो m बाय r। ठीक है, बाकी रकम उमें लिख दिए v1 स्क्वायर माइनस 2gh। ठीक है, तो प्लस जी अंदर लिखिए तो r बार लिख दिए, तो बाहर m बाय r बन गया। ठीक है, तो जी आर माइनस जी एच। ठीक है, सो आर बाहर आ गया, जी आर माइनस जी एच बन गया। हम देखो सारे का दोनों रकमां दे विच इक्को जी गल बन गई, एम बाय आर इत्थे है, एम बाय आर इत्थे है। इन्हों आपां कॉमन कट के आ रकमां दोनों इकट्ठियां लिख लेंगे। ठीक है, सो टी इज इक्वल टू एम बाय आर, हुण ब्रैकेट दे विच सारा कुछ आ जाएगा v1 स्क्वायर
-2GH प्लस GR ते -GH। ठीक है, सो T की वैल्यू की बन गई अपने को m/r v1 स्क्वायर -2 -1 -3GH हो गया ते प्लस GR हो गया। ठीक है, सो ये वैल्यू अपने को आ गई T की। हाँ जी, देखो इनू आप इक्वेशन नंबर 2 दे दिए। ठीक है, ਹੁਣ ਆਪਾਂ ਟੈਂਸ਼ਨ ਪਤਾ ਕਰਾਂਗੇ ਲੋਐਸਟ ਪੁਆਇੰਟ ਤੇ ਹਾਈਐਸਟ ਪੁਆਇੰਟ ਤੇ। तो ਆਪਾਂ ਲਿਖਦੇ ਹਾਂ ਟੈਂਸ਼ਨ ਐਟ ਲੋਐਸਟ ਪੁਆਇੰਟ। ਟੈਂਸ਼ਨ ਐਟ L ਉਹ ਆਪਾਂ ਪਤਾ ਕਰਨੀ ਹੈ। ਹੁਣ ਦੇਖੋ L ਤੇ ਆਪਣੇ ਕੋਲ ਹਾਈਟ ਕਿੰਨੀ ਹੈ 0, ਸੋ H ਦੀ ਵੈਲਿਊ 0 ਪੁੱਟ ਕਰ ਦਿੰਦੇ ਹਾਂ। ਸੋ ਆਪਾਂ ਲਿਖਾਂਗੇ ਐਟ L H इज इक्वल टू 0 ਤੇ ਪੁੱਟ ਇਨ ਇਕੁਏਸ਼ਨ 2। इक्वेशन 2 च पुट कर दी तो T की वैल्यू कितनी आ गई अपने को m/r v1 स्क्वायर माइनस 0 बन जाएगा और तो प्लस GR रह जाएगा। ठीक है ना, -0 प्लस GR। सो T की वैल्यू अपने को आ गई m/r v1 स्क्वायर प्लस GR। ठीक है, ये टेंशन आ गई लोएस्ट पॉइंट पे। ठीक है, सो अपन टेंशन एट द हाईएस्ट पॉइंट पता करनी है। इनू नंबर 3 दे दिए लोएस्ट पॉइंट वाली टेंशन नू। फिर आप लिखांगे टेंशन एट H। टेंशन एट हाईएस्ट पॉइंट आप नैक्सट करते हैं। ਹੁਣ देखो हाईएस्ट पॉइंट ਤੇ जो टेंशन आप कैलकुलेट कर रहे हैं, हाईएस्ट पॉइंट ਤੇ हाइट की वैल्यू जी है वो 2r के बराबर हो जाएगी। ठीक है ना, डबल रेडियस हो जाएगा। सो टेंशन एट H H इज इक्वल टू 2r हो जाएगा। ठीक है, तो H की वैल्यू जी है वो 2r के बराबर हो जाएगी। तो 2r इतने आप पुट करांगे अपने को पुट इन इक्वेशन 2। इक्वेशन 2 च पुट करांगे तो अपने को कितनी वैल्यू आ जाएगी। देखो T इज इक्वल टू m/r v1 स्क्वायर माइनस 3G H की थां 2r पुट कर दी प्लस GR। ठीक है, तो T की वैल्यू कितनी बन गई अपने को m/r v1 स्क्वायर माइनस 6GR। ठीक है, प्लस GR -6 + 1 -5 हो गया। तो T की वैल्यू m/r v1 स्क्वायर माइनस 5GR अपने को आ गई। ठीक है, इन इक्वेशन नैक्सट दे दी आप इक्वेशन नंबर 4। ठीक है, हम देखो जी लोएस्ट पॉइंट से टेंशन है ना, टेंशन एट लोएस्ट पॉइंट को TL लिख लो। ठीक है, इतने TL लिख लो। तो टेंशन एट हाईएस्ट पॉइंट है उन्होंने पर TH लिख लीजिए क्योंकि अलग अलग ने। इतने TH लिख लो। ठीक है, हुण आप डिफरेंस देखना है टेंशन का हाईएस्ट ते लोएस्ट पॉइंट से कितना आता है। ठीक है, सो अपने को लोएस्ट पॉइंट की टेंशन पई है, हाईएस्ट पॉइंट की टेंशन पई है। तो इस तो बाद डिफरेंस इन टेंशन TH माइनस TL वो कितना देखो आप इक्वेशन 4 चों सबट्रैक्ट कर देंगे माइनस इक्वेशन 3। तो आप लिखांगे सबट्रैक्ट इक्वेशन 3 फ्रॉम इक्वेशन 4। ठीक है,
ਸੋ 3 ਨੂੰ 2 ਚੋਂ 4 ਚੋਂ ਆਪਾਂ ਘਟਾ ਦਿੰਦੇ ਆ ਤੇ ਆਪਣੇ ਕੋਲ ਡਿਫਰੈਂਸ ਕਿੰਨਾ ਆ ਜਾਏਗਾ, TH ਮਾਈਨਸ TL ਕੀ ਆ ਗਿਆ, M/R ਦੋਨਾਂ 'ਚ ਹੈਗਾ। ਦੇਖੋ M/R ਹੈਗਾ, ਸੋ ਬ੍ਰੈਕਟ ਦੇ ਵਿੱਚ ਆ ਰਕਮ ਲਿਖ ਦਈਏ ਤੇ ਮਾਈਨਸ ਉਹ ਲਿਖ ਦਈਏ। ਠੀਕ ਹੈ, V1 ਸਕੁਅਰ ਮਾਈਨਸ 5GR ਤੇ ਮਾਈਨਸ ਆ ਲਿਖ ਦਈਏ। ਇਹ ਦੋਨੋਂ ਰਕਮਾਂ ਮਾਈਨਸ ਦੀਆਂ ਹੋ ਜਾਣਗੀਆਂ। ਠੀਕ ਹੈ, ਸੋ ਮਾਈਨਸ छोटी ब्रैकेट जिथे लिख देंगे, चलो ठीक है, V1 स्क्वायर प्लस GR। ठीक है, हम आप ब्रैकेट खोल लेने तो अपने को डिफरेंस इन टेंशन जो है TH माइनस TL वो कि आ जाएगा M/R V1 स्क्वायर माइनस 5GR माइनस V1 स्क्वायर। ठीक है, ते माइनस GR। हम देखो अपने को V1 स्क्वायर कैंसल आउट हो गया ते माइनस जिहड़ा अपने को 6GR ये बन गया नाल। ठीक है, हाँ जी, देखो अपन इक्वेशन 4 ਨੂੰ इक्वेशन 3 ਚੋਂ ਘਟਾਵਾਂਗੇ ਤੇ ਆਪਣੇ ਕੋਲ ਆ ਜਾਏਗਾ ਡਿਫਰੈਂਸ ਬਿਟਵੀਨ ਦਾ ਟੂ ਟੈਂਸ਼ਨਸ ਤੇ ਇੱਥੇ ਆ ਜਾਏਗਾ ਸਬਟ੍ਰੈਕਟ ਕਰ ਰਹੇ ਆਪਾਂ ਇਕੁਏਸ਼ਨ 4 ਨੂੰ ਇਕੁਏਸ਼ਨ 3 ਚੋਂ ਤੇ TL ਮਾਈਨਸ TH ਜਿਹੜਾ ਹੈ ਉਹ ਆ ਗਿਆ M/R ਦੋਨਾਂ ਜਗ੍ਹਾ। ਦੇਖੋ ਸੋ ਬ੍ਰੈਕਟ ਦੇ ਵਿੱਚ ਆਪਾਂ ਉਹ ਬ੍ਰੈਕਟ ਵਾਲੀ ਰਕਮ ਮਾਈਨਸ ਆ ਲਿਖ ਦਾਂਗੇ। ਸੋ ਆਪਣੇ ਕੋਲ ਆ ਗਿਆ V1 ਸਕੁਅਰ प्लस GR माइनस आ चीज़ लिख देंगे क्योंकि आप कॉमन काढ़ लिया दोनों। तो आ कली लिख दिए V1 स्क्वायर माइनस 5GR। ठीक है, इन्हों सोल्व कर लेने आप। TL माइनस TH कितना आ गया, देखो टेंशन डिफरेंस क्या आ जाएगा M/R V1 स्क्वायर प्लस GR माइनस V1 स्क्वायर प्लस 5GR। ठीक है, हम V1 स्क्वायर कैंसल हो गया तो अपने को GR ते 5GR ये 6GR ब्रैकेट आ गया तो TL माइनस TH बराबर आ गया M/R ते 6GR। ठीक है, सो M/R 6GR ये वैल्यू आ गई अपने को इक्वेशन 5 इनू दे दिए। ठीक है, ये इक्वेशन 5 अपनी बन गई डिफरेंस बिटवीन द टेंशन एट द लोएस्ट एंड द हाईएस्ट पॉइंट। सो ये वैल्यू आ गई। हुण देखो आप देखांगे कि इनू घुमन लई लूपिंग दा लूप इनू कहांगे आपां। ठीक है, सो लूपिंग दा लूप लई इनू कितनी वेलोसिटी चाहिदी है हाईएस्ट पॉइंट ते। हम देखो लूपिंग का लूप का मतलब की, देखो इन्हें इतों आप घुमा रहे हैं स्टोन लूप के घूमता रहे, उन्होंने कहते हैं लूपिंग का लूप। सो आप मिनीमम स्पीड इस पॉइंट पर कितनी होएगी लोएस्ट पॉइंट पर ताकि ये घूमता रहे वो कैलकुलेट करनी है। वो कैलकुलेट करने लिए आपको हाईएस्ट पॉइंट पर टेंशन जी है पॉजिटिव चाहिए है क्योंकि स्ट्रिंग के टेंशन देखो थले तो टेंशन रहेगी क्योंकि जमीन वाल खिंचिया जाएगा। ठीक है ना, इन्हें तक स्ट्रैच रहना ही है। सो इत्थे जो स्ट्रैच रहेगा तो ही अगे जाएगा, नहीं तो थले डिग पेगा। सो हाईएस्ट पॉइंट पर जी टेंशन है वो पॉजिटिव रहे तो आप कहांगे कि ये स्टोन हाईएस्ट पॉइंट पर डिगेगा नहीं, अगे निकल जाएगा तो घूमता रहेगा। ठीक है, सो मिनिमम स्पीड ऑफ द स्टोन एट L फॉर लूपिंग द लूप लिए आप कहांगे फॉर दिस टेंशन एट हाईएस्ट पॉइंट शुड बी पॉजिटिव। ठीक है ना, for this TH should be greater than or equal to 0। ठीक है, सो TH की वैल्यू अपने को आ गई है इक्वेशन 4। सो आप कहांगे M/R V1 स्क्वायर माइनस 5GR should be greater than or equal to 0। ठीक है, हम M/R आप दोनों पासे
आर बाय एम मल्टीप्लाई कर लो, इधर 0 मल्टीप्लाई करोगे कोई फर्क नहीं पड़ना, मतलब ये खत्म हो जाएगा। तो अपने को क्या आ जाएगा v1 स्क्वायर माइनस 5gr ग्रेटर दैन इक्वल टू 0। 5gr ऐड कर लो दोनों पासे, तो अपने को v1 स्क्वायर इज ग्रेटर दैन इक्वल टू 5gr। सो v1 ਜਿਹੜਾ ਹੈ ਉਹ ਗ੍ਰੇਟਰ ਦੈਨ ਇਕੁਅਲ ਟੂ ਸਕੁਅਰ ਰੂਟ 5gr ਆ ਗਿਆ। ਸੋ 5gr ਸਕੁਅਰ ਰੂਟ ਤੋਂ ਵੱਧ ਵੈਲੋਸਿਟੀ ਇੱਥੇ ਹੋਣੀ ਚਾਹੀਦੀ ਹੈ, ਮਤਲਬ g ਦਾ ਮਤਲਬ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ, r ਦਾ ਰੇਡੀਅਸ ਹੋ ਗਿਆ। ਸੋ ਰੇਡੀਅਸ ਮਲਟੀਪਲਾਈ ਬਾय ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਮਲਟੀਪਲਾਈ ਬਾय 5, ਉਹਦਾ ਸਕੁਅਰ ਰੂਟ ਕੱਢਾਂਗੇ, ਉਨੀ ਵੈਲਿਊ ਜਿਹੜੀ ਆਏਗੀ ਉਹਦੇ ਤੋਂ ਜ਼ਿਆਦਾ ਵੈਲੋਸਿਟੀ ਇੱਥੇ ਹੋਵੇ ਤੇ ਇਹ ਘੁੰਮਦਾ ਰਹੇਗਾ, ਨਹੀਂ ਤਾਂ ਇੱਥੇ ਡਿੱਗ ਪਏਗਾ। ਠੀਕ ਹੈ ਨਾ, ਇਹ ਕਿਤੇ ਵੀ ਡਿੱਗ ਪਏਗਾ, ਉਹ ਆਪਾਂ ਅੱਗੇ ਡਿਸਕਸ ਕਰਾਂਗੇ। ਸੋ v1 ਇਜ਼ ਗ੍ਰੇਟਰ ਦੈਨ ਇਕੁਅਲ ਟੂ ਸਕੁਅਰ ਰੂਟ 5gr, ਇਹਨੂੰ ਇਕੁਏਸ਼ਨ ਨੰਬਰ 6 ਆਪਾਂ ਦੇ ਦਿੰਦੇ ਹਾਂ। ਠੀਕ ਹੈ, ਹੁਣ ਦੇਖੋ ਆਪਾਂ ਹਾਈਐਸਟ ਪੁਆਇੰਟ ਤੇ ਜਿਹੜੀ ਵੈਲੋਸਿਟੀ ਪਤਾ ਕਰਨੀ ਹੈ ਤਾਂ ਕਿ ਲੂਪਿੰਗ ਦਾ ਲੂਪ ਚੱਲਦਾ ਰਹੇ। ਆਪਾਂ ਇਕੁਏਸ਼ਨ 1 ਕੀ ਹੈ, v2 ਸਕੁਅਰ ਇਕੁਅਲ ਟੂ v1 ਸਕੁਅਰ ਮਾਈਨਸ 2gh। ਠੀਕ ਹੈ, ਇਸ ਇਕੁਏਸ਼ਨ ਦੇ ਵਿੱਚ ਆਪਾਂ ਜਿਹੜੀ ਹੈ ਹੁਣ ਆਪਾਂ ਕਿੰਨੀ v1 ਦੀ ਵੈਲਿਊ ਜਿਹੜੀ ਹੈ ਉਹ ਸਕੁਅਰ ਰੂਟ 5gr ਆਪਾਂ ਕੱਢੀ ਹੈ। ਠੀਕ ਹੈ, ਸੋ ਇਹ ਪੁੱਟ ਕਰ ਦਿੰਦੇ ਆ। ਠੀਕ ਹੈ ਨਾ, ਸੋ ਯੂਜ਼ ਇਕੁਏਸ਼ਨ 1 ਐਂਡ ਪੁੱਟ v1 ਇਕੁਅਲ ਟੂ, ਕਿਉਂਕਿ ਗ੍ਰੇਟਰ ਦੈਨ ਇਕੁਅਲ ਟੂ ਸੀਗਾ, ਸੋ ਉਹਦੀ ਘੱਟੋ ਘੱਟ ਵੈਲਿਊ ਜਿਹੜੀ ਆ ਹੈ। ਠੀਕ ਹੈ ਨਾ, ਘੱਟੋ ਘੱਟ ਵੈਲਿਊ ਜਿਹੜੀ ਹੈ v1 ਦੀ ਇੱਥੇ ਆ ਹੋਏਗੀ ਸਕੁਅਰ ਰੂਟ 5gr, ਇੱਥੇ ਪੁੱਟ ਕਰਦੇ ਆ ਤੇ ਆਪਣੇ ਕੋਲ v2 ਸਕੁਅਰ ਇਜ਼ ਇਕੁਅਲ ਟੂ ਇਹਦਾ ਸਕੁਅਰ 5gr ਆ ਜਾਏਗਾ, ਇੱਥੇ 5gr ਬਣ ਜਾਏਗਾ ਮਾਈਨਸ 2gh। ਠੀਕ ਹੈ, ਹੁਣ ਦੇਖੋ ਜਦੋਂ ਹਾਈਐਸਟ ਪੁਆਇੰਟ ਹੈ ਤੇ ਇਸ ਥਾਂ ਤੇ ਆਪਣੇ ਕੋਲ h ਦੀ ਵੈਲਿਊ ਜਿਹੜੀ ਹੈ ਉਹ 2r ਦੇ ਬਰਾਬਰ ਹੈ। ਠੀਕ ਹੈ ਨਾ, ਸੋ h ਇਕੁਅਲ ਟੂ 2r ਇੱਥੇ ਪੁੱਟ ਕਰ ਦਈਏ ਤੇ v2 ਸਕੁਅਰ ਇਜ਼ ਇਕੁਅਲ ਟੂ 5gr ਮਾਈਨਸ 2g ਇੰਟੂ 2r। ਸੋ v2 ਸਕੁਅਰ ਇਜ਼ ਇਕੁਅਲ ਟੂ 5gr ਮਾਈਨਸ 4gr ਹੋ ਜਾਏਗਾ। ਸੋ v2 ਸਕੁਅਰ ਜਿਹੜਾ ਹੈ ਉਹ gr ਹੋ ਜਾਏਗਾ ਤੇ v2 ਦੀ ਵੈਲਿਊ ਸਕੁਅਰ ਰੂਟ gr ਆ ਗਈ। ਠੀਕ ਹੈ, ਸੋ ਸਕੁਅਰ ਰੂਟ gr ਮਤਲਬ ਇਸ ਥਾਂ ਤੇ ਵੈਲੋਸਿਟੀ ਸਕੁਅਰ ਰੂਟ gr ਹੋਵੇ ਤਾਂ ਇਹ ਡਿੱਗੇਗਾ ਨਹੀਂ, ਉਹਦੇ ਨਾਲ ਟੈਂਸ਼ਨ ਪੋਜ਼ਿਟਿਵ ਰਹੇਗੀ। ਤੇ ਇੱਥੇ ਸਕੁਅਰ ਰੂਟ 5gr ਹੋਵੇ ਤੇ ਇਹ ਘੁੰਮਦਾ ਰਹੇਗਾ। ਠੀਕ ਹੈ, ਸੋ v2 ਇਕੁਅਲ ਟੂ ਇਸ ਇਕੁਏਸ਼ਨ ਨੂੰ ਆਪਾਂ ਇਕੁਏਸ਼ਨ ਨੰਬਰ 7 ਦੇ ਦਿੰਦੇ ਹਾਂ। ਸੋ v2 ਦੀ ਵੈਲਿਊ ਸਕੁਅਰ ਰੂਟ gr ਆ ਗਈ ਆਪਣੇ ਕੋਲ। ਠੀਕ ਹੈ, ਇਹ ਹੈਗੀ ਹੈ ਵੈਲੋਸਿਟੀ ਆਪਣੀ ਪੁਆਇੰਟ h ਤੇ। ਠੀਕ ਹੈ, ਸੋ h ਪੁਆਇੰਟ ਤੇ ਆਪਣੀ ਵੈਲੋਸਿਟੀ ਆ ਗਈ ਸਕੁਅਰ ਰੂਟ gr। ਠੀਕ ਹੈ, ਹੁਣ ਦੇਖੋ ਆਪਾਂ ਨੈਕਸਟ ਇਹਦੇ ਚ ਕਰਨਾ ਹੈ ਕੰਡੀਸ਼ਨ ਫॉर ਓਸੀਲੇਸ਼ਨ। ਓਸੀਲੇਸ਼ਨ ਦਾ ਮਤਲਬ ਕੀ ਹੁੰਦਾ, ਦੇਖੋ ਕਿ ਸਟੋਨ ਆਪਾਂ ਟਾਈ ਕੀਤਾ ਇਸ ਤਰ੍ਹਾਂ ਘੁੰਮ ਰਿਹਾ ਹੈ। ਹੁਣ ਸਟੋਨ ਓਸੀਲੇਟ ਕਦੋਂ ਕਰੇਗਾ? ਓਸੀਲੇਟ ਦੇਖੋ ਕਦੋਂ ਕਰੇਗਾ, ਜੇ ਸਟੋਨ ਇੱਥੋਂ ਲੈ ਕੇ ਆ ਮੰਨ ਲਓ ਇੱਥੇ ਆਪਾਂ 90 ਡਿਗਰੀ ਐਂਗਲ ਬਣਦਾ ਹੈ, ਆਹ ਪੁਆਇੰਟ ਆਪਾਂ ਜੇ ਦੇਖੀਏ ਤਾਂ ਠੀਕ ਹੈ, ਡਾਇਆਮੀਟਰ ਇੱਥੇ ਜਿਹੜਾ ਠੀਕ ਹੈ ਇਹਦੇ ਬਰਾਬਰ ਇੱਥੇ ਸਮਝ ਲਓ ਇੱਥੇ ਪੁਆਇੰਟ ਆ ਜਿਹੜਾ ਆਹ ਡਾਇਆਮੀਟਰ ਬਣਦਾ ਹੈ। ਠੀਕ ਹੈ, ਸੋ ਆਹ ਜਿਹੜਾ ਡਾਇਆਮੀਟਰ ਹੈ ਇਹਨਾਂ ਦਾ, ਹੁਣ ਜੇ ਵੈਲੋਸਿਟੀ ਇਸ ਰੀਜਨ ਦੇ ਵਿੱਚ 0 ਹੋ ਜਾਂਦੀ ਹੈ ਇੰਨੇ ਚ ਕਿਤੇ ਵੀ। ਠੀਕ ਹੈ, ਸੋ ਮੰਨ ਲਓ ਉਹ ਸਟੋਨ ਇੱਥੇ ਜਾਂਦਾ ਹੈ, ਇੱਥੇ ਵੈਲੋਸਿਟੀ 0 ਹੋ ਜਾਂਦੀ ਤਾਂ ਇਸ ਤਰ੍ਹਾਂ ਓਸੀਲੇਟ ਕਰੇਗਾ, ਐਵੇਂ ਬਾਰ-ਬਾਰ ਆਏਗਾ। ਜੇ ਇੱਥੇ ਵੈਲੋਸਿਟੀ 0 ਹੋ ਜਾਂਦੀ ਤੇ ਇਸ ਤਰ੍ਹਾਂ ਓਸੀਲੇਟ ਕਰੇਗਾ। ਠੀਕ ਹੈ, ਜੇ ਇੱਥੇ ਵੈਲੋਸਿਟੀ 0 ਹੋ ਜਾਂਦੀ ਇੱਥੇ ਬਿਲਕੁਲ ਸੈਮੀ ਸਰਕਲ ਤੇ ਆ ਕੇ ਤਾਂ ਉਹ ਐ ਸੈਮੀ ਸਰਕਲ ਦੇ ਪਾਥ ਤੇ ਓਸੀਲੇਟ ਕਰਦਾ ਰਹੇਗਾ। ਠੀਕ ਹੈ, ਪਰ ਜੇ ਵੈਲੋਸਿਟੀ ਇੱਥੇ ਜਾ ਕੇ 0 ਹੁੰਦੀ ਹੈ ਤੇ ਉਹ ਐ ਡਿੱਗ ਪਏਗਾ। ਠੀਕ ਹੈ, ਸੋ ਆਪਾਂ ਹੁਣ ਦੇਖਣਾ ਹੈ ਦੋ ਚੀਜ਼ਾਂ ਕਿ ਵੈਲੋਸਿਟੀ ਪਹਿਲਾਂ 0 ਹੁੰਦੀ ਹੈ ਕਿ ਟੈਂਸ਼ਨ ਪਹਿਲਾਂ 0 ਹੁੰਦੀ ਹੈ। ਠੀਕ ਹੈ, ਸੋ ਜੇ ਵੈਲੋਸਿਟੀ ਪਹਿਲਾਂ 0 ਹੋ ਜਾਂਦੀ ਹੈ ਤੇ ਦੋ ਚੀਜ਼ਾਂ ਆਪਾਂ ਦੇਖਾਂਗੇ। ਹੁਣ ਦੇਖੋ
पहले आपां गल कीती कंडीशन फॉर ओसीलेशन। हुण V1 की है, इस पॉइंट ते वेलोसिटी जिहड़ी है घट्टो घट्ट वो स्क्वायर रूट 5 g r है। ठीक है, जे इस तो घट वेलोसिटी नाल इत्थों पार्टिकल लंघदा है तो वो चक्कर पूरा नहीं करेगा, ये गल क्लीयर है, क्योंकि स्क्वायर रूट 5 g r वेलोसिटी घट्टो घट चाहिए है इस पॉइंट ते, तां ही वो चक्कर पूरा करेगा, तां ही इत्थे आपां नूं स्क्वायर रूट g r वेलोसिटी मिलेगी। जे आ वेलोसिटी इत्थे हैगी है ते आ वेलोसिटी आपां नूं इत्थे मिलेगी, तां आपां कैलकुलेशन च देखिया। हुण जे इस पॉइंट ते वेलोसिटी इहदे नालों घट गई, ठीक है ना, if V1 is less than square root 5 g r, then the stone will either oscillate about lowest point or leave the circle। ठीक है, ਉਹਦੇ ਲਈ ਆਪਾਂ ਦੇਖਾਂਗੇ। ਹੁਣ ਦੇਖੋ ਕੈਲਕੂਲੇਸ਼ਨ ਚ ਕਿੱਡੀ ਵਧੀਆ ਚੀਜ਼ ਹੈ ਕਿ ਆਪਾਂ ਇਹਨੂੰ ਸਮਝਾਂਗੇ। ਆਪਾਂ ਮੰਨ ਲੈਂਦੇ ਆ ਕਿ h1 ਹਾਈਟ ਤੇ ਜਾ ਕੇ ਜਿਹੜੀ ਹੈ ਵੈਲੋਸਿਟੀ ਹੁੰਦੀ ਹੈ 0 ਹੋ ਜਾਂਦੀ ਹੈ। ਠੀਕ ਹੈ, ਫਸਟ ਇਕੁਏਸ਼ਨ ਆਪਣੀ ਸੀਗੀ v2 ਸਕੁਅਰ ਇਕੁਅਲ ਟੂ v1 ਸਕੁਅਰ ਮਾਈਨਸ 2gh। ਸੋ V1 ਤਾਂ ਆਪਣੇ ਲੋਐਸਟ ਪੁਆਇੰਟ ਤੇ ਵੈਲੋਸਿਟੀ ਹੈ, ਇਹਨੇ ਤਾਂ 0 ਹੋਣਾ ਨਹੀਂ। P ਪੁਆਇੰਟ ਤੇ ਜਿਹੜੀ ਵੈਲੋਸਿਟੀ ਹੈ 0 ਨਹੀਂ, ਸੋ ਆ 0 ਹੋਏਗਾ। ਸੋ ਲੈਟ ਵੈਲੋਸਿਟੀ ਆਫ ਦਾ ਸਟੋਨ ਬਿਕਮ 0 ਐਟ ਹਾਈਟ h1। h1 ਤੇ ਜਾ ਕੇ 0 ਹੋ ਜਾਂਦੀ ਤੇ ਇਕੁਏਸ਼ਨ 1 ਨੂੰ ਯੂਜ਼ ਕਰਕੇ ਆਪਾਂ ਕੀ ਲਿਖਾਂਗੇ, ਆ 0 ਹੋ ਗਈ, ਇਹ v1 ਸਕੁਅਰ ਹੈ ਮਾਈਨਸ 2g h ਦੀ ਥਾਂ ਤੇ ਕੀ ਆ ਗਿਆ h1 ਜਿਹੜੀ ਆਪਾਂ ਮੰਨੀ ਹੈ। ਠੀਕ ਹੈ, ਸੋ ਇੱਥੋਂ h1 ਦੀ ਵੈਲਿਊ ਕੀ ਆ ਜਾਏਗੀ, ਦੇਖੋ 2gh ਉਧਰ ਚਲਾ ਗਿਆ, ਇੱਥੇ 2gh1 ਲਿਖ ਦਾਂਗੇ ਇਕੁਅਲ ਟੂ v1 ਸਕੁਅਰ ਤੇ h1 ਦੀ ਵੈਲਿਊ ਆਪਣੇ ਕੋਲ ਆ ਗਈ v1 ਸਕੁਅਰ ਡਿਵਾਈਡਡ ਬਾय 2g। ਠੀਕ ਹੈ, ਸੋ ਆ h1 ਦੀ ਵੈਲਿਊ ਆ ਗਈ v1 ਸਕੁਅਰ ਡਿਵਾਈਡਡ ਬਾय 2g। ਹੁਣ ਮੰਨ ਲਓ h2 ਹਾਈਟ ਤੇ ਜਾ ਕੇ ਟੈਂਸ਼ਨ 0 ਹੁੰਦੀ। ਠੀਕ ਹੈ ਨਾ, ਇਹ ਆਪਾਂ ਪਹਿਲੇ ਇਹਨੂੰ इस तरह कर लीए, फिर तुहानूं सारी गल समझावांगा भी ये किवें आपां देखदे हां इहनूं। सपोज द टेंशन इन द स्ट्रिंग बिकम 0 एट हाइट h2। हुण इक्वेशन 2 आपां आ लिखी सीगी T इज इक्वल टू m बाय r v1 स्क्वायर माइनस 3gh प्लस gr। ठीक है, इक्वेशन टेंशन वाली इक्वेशन जिहड़ी आपां फाइनल ड्राइव कीती सीगी। ठीक है, ਉਹਦੇ ਵਿੱਚ ਆਪਾਂ T 0 ਕਰਾਂਗੇ ਕਦੋਂ, ਜਦੋਂ h2 ਹੋ ਜਾਏਗਾ। ठीक है, T 0 करता इक्वल टू m बाय r v1 स्क्वायर माइनस h2 हो जाएगा 3gh2 प्लस gr। ठीक है, सो इस इक्वेशन तो आप h2 की वैल्यू हुण कैलकुलेट करांगे। ठीक है, ये आप कैलकुलेट करते हैं। हाँ जी, देखो आप इतों h2 की वैल्यू कैलकुलेट करनी है। m बाय r बाय m जाके 0 ਨਾਲ मल्टीप्लाई हो जाएगा तो खत्म हो जाएगा, तो अपने को आ जाएगा v1 स्क्वायर माइनस 3gh2 प्लस gr इक्वल टू 0। हम इनू उधर लै लीए, बाकी टर्म्स रहन देने तो 3gh2 आप राइट हैंड साइड लै गए, बाकी दोनों टर्म्स जड़ियाँ ने वो रह गई v1 स्क्वायर प्लस gr। तो h2 की वैल्यू की आ गई अपने को gr बाय 3g। ठीक है, ये h2 की वैल्यू अपने को आ गई। ठीक है, ये h2 की वैल्यू आ गई। हुण देखो जिहड़ा h1 ते h2 है वो हाइट्स ने जिथे वेलोसिटी ते टेंशन 0 होंदी है। ठीक है ना, इत्थे जाके वेलोसिटी 0 हो जाती है, इत्थे आके टेंशन 0 हो जाती है। हुण जे वेलोसिटी पहला 0 हो जाए टेंशन तो, टेंशन कदों 0 होएगी पहले तो ये चैक करो। टेंशन भावें वेलोसिटी 0 भी रहे, टेंशन इस रीजन 0 नहीं हो सकती। ठीक है ना, सैमी सर्कल च टेंशन 0 नहीं होएगी, खिच पई रहेगी। टेंशन कदों 0 होएगी, जो बिल्कुल इत्थे पहुँचेगी या इस तो उत्तरले पॉइंट किते भी, उत्थे टेंशन 0 हो सकती है। इस तो थल्ले पॉइंटा ते टेंशन 0 नहीं हो सकती, इनके तो डायमीटर तो थल्ले पॉइंटा ते सैमी सर्कल तो थल्ले थल्ले जिन्ने भी पॉइंट्स ने इन्हां ते टेंशन 0 नहीं होएगी, खिच पई रहेगी क्योंकि ग्रैविटी जिहड़ी है खिच रही। ठीक है, सो टेंशन 0 होएगी जदों इहदे तो उपर निकलेगी। जदों टेंशन 0 होगी पहला वेलोसिटी नालों तो उन्हें थल्ले तो डिग पैना, उन्हें ओसीलेट नहीं करना, इस तरह नहीं मूव करना। सो ओसीलेशन कंडीशन लई वेलोसिटी 0 होनी चाहिए पहला टेंशन तो। सो मतलब h1 घट होना चाहिए h2 तो,
क्योंकि H1 ਤੇ ਵੈਲੋਸਿਟੀ 0 ਹੁੰਦੀ ਹੈ, H2 ਤੇ ਟੈਂਸ਼ਨ 0 ਹੁੰਦੀ ਹੈ। H1 ਪਹਿਲਾਂ ਆਏਗਾ, ਮਤਲਬ H1 ਘੱਟ ਹੋਏਗਾ H2 ਤੋਂ, ਤਾਂ ਆਪਾਂ ਕਹਾਂਗੇ ਦਾ ਪਾਰਟੀਕਲ ਵਿਲ ਓਸੀਲੇਟ। ਠੀਕ ਹੈ, ਸੋ ਆਪਾਂ ਕਹਿੰਦੇ ਹਾਂ ਦਾ ਸਟੋਨ ਵਿਲ ਓਸੀਲੇਟ about L if H1 is less than H2। ठीक है, सो H1 घट है H2 तो, मतलब वेलोसिटी पहला 0 हो जाती है टेंशन तो। ठीक है ना, दैट इज वेलोसिटी becomes 0 before the tension। ठीक है, so the stone will oscillate about L if H1 is less than H2, that is the velocity becomes 0 before the tension। ਹੁਣ H1 ਦੀ ਵੈਲਿਊ ਹੋ ਗਈ ਹੈ V1 ਸਕੁਅਰ ਡਿਵਾਈਡਡ ਬਾਈ 2G, ਇਹ ਲੈਸ ਦੈਨ ਹੋ ਗਿਆ H2 ਤੋਂ। H2 ਦੀ ਵੈਲਿਊ ਹੋ ਗਈ ਹੈ V1 ਸਕੁਅਰ ਪਲੱਸ GR ਡਿਵਾਈਡ ਬਾਈ 3G। ठीक है, ਹੁਣ देखो G डिनोमीनेटर ਦੇ ਵਿੱਚ ਦੋਨਾਂ 'ਚ ਹੈਗਾ, ਇਹ ਖਤਮ ਹੋ ਜਾਏਗਾ ਤੇ ਇੱਧਰ 3 ਨਾਲ ਮਲਟੀਪਲਾਈ ਕਰ ਲਓ ਤੇ ਇੱਧਰ 2 ਨਾਲ ਮਲਟੀਪਲਾਈ ਕਰ ਲਓ, ਜਾਂ ਐਂ ਕਰੋ 6 ਹੈਗਾ ਐਲਸੀਐਮ, 6 ਨਾਲ ਇੱਧਰ ਮਲਟੀਪਲਾਈ ਕਰ ਲਓ, 6 ਨਾਲ ਇੱਧਰ ਮਲਟੀਪਲਾਈ ਕਰ ਲਓ, G ਤਾਂ ਕੈਂਸਲ ਹੋ ਗਿਆ, 6G ਨਾਲ ਮਲਟੀ ਜਿਵੇਂ ਮਰਜ਼ੀ ਤੁਸੀਂ ਦੇਖ ਲਓ, ਇੱਥੇ 3V1 ਸਕੁਅਰ ਬਣ ਜਾਏਗਾ ਲੈਸ ਦੈਨ ਇੱਧਰ 2V1 ਸਕੁਅਰ ਤੇ ਪਲੱਸ 2GR। ठीक है, ਹੁਣ 2V1 ਸਕੁਅਰ ਦੋਨੇ ਪਾਸਿਓਂ ਮਾਈਨਸ ਕਰ ਦੋ, ਇੱਥੇ 1V1 ਸਕੁਅਰ ਰਹਿ ਗਿਆ। ठीक है ना, सो 3V1 ਸਕੁਅਰ माइनस 2V1 ਸਕੁਅਰ इज लेस दैन प्लस द 2GR रह जाएगा। ठीक है, ये V1 ਸਕੁਅਰ लेस दैन 2GR। ठीक है, सो इसका मतलब हो गया कि V1 ਜਿਹੜਾ है वो लेस दैन स्क्वायर रूट 2GR हो गया। सो V1 स्क्वायर रूट 2GR तो घट आया तो इन्हें वेलोसिटी ने पहला 0 हो जाना है, मतलब इन्हें इत्थे तक पहुँचना ही नहीं, इस तो अगे इस पॉइंट तक मैक्सिमम पहुँच सकती है जो 2GR के बराबर होएगा, उदों सैमी सर्कल के ओसीलेट करेगी इस तरह। तो इस तो घट तो उस तो घट जिनी घटेगी जाएगी उन्ना घट ओसीलेट करेगी। ठीक है ना, जिनी वैल्यू घटी जाएगी। सो मैक्सिमम ओसीलेशन कितों होगी, इत्थे तक, इत्थों इन्ना जो 2GR के बराबर है। ठीक है ना, सो आप कहांगे कि इफ V1 इज लेस दैन स्क्वायर रूट 2GR, सो आप लिखी दिता द स्टोन विल ओसीलेट if the velocity becomes 0 before the tension। ठीक है ना, सो V1 is less than square root 2GR ते 4 V1 equal to square root 2GR, the stone will oscillate in the semicircle। सैमी सर्कल। ठीक है, सो सैमी सर्कल च ओसीलेट करेगा जे पहला वो 0 हो जाता है, जे इक्वल हो जाता है। ठीक है ना, वेलोसिटी तो पहले 0 नहीं होनी है, पर जे इस चीज़ के इक्वल आ जाती तो सैमी सर्कल, नहीं तो उस तो घट वैल्यू च ओसीलेट करता रहेगा। ओके, हुण जे मान लो इहदे तो वध वेलोसिटी होंदी है तो स्क्वायर रूट 5GR तो घट होंदी है, अपने को वैल्यू सी ना स्क्वायर रूट 5GR, इहदे तो घट ते इहदे तो वध हुंदी है, तो वो इत्थे किते आके ऐ डिग पेगा। ठीक है ना, सो इहदे तो इस रेंज की वेलोसिटी वाले पार्टिकल इस जगह च जाणगे, इन्नी नहीं तो किते भी डिग पैणगे। जे इहदे तो वध है तो वह क्रॉस करेगा, जिहदे तो घट है तो किते इहदे तो वध ते इहदे तो घट वाले इस दे विच डिग पैणगे। ठीक है, वो सर्कुलर पाथ नूं लीव कर देणगे, तो अदरवाइज जे इस तो घट वेलोसिटी रहिंदी है लोवेस्ट पॉइंट ते तो वह सैमी सर्कल ही क्रॉस नहीं करेगा तो ऐ ओसीलेट करता रहेगा। ठीक है, हाँ जी, देखो आप बेस पे हुण
ਆਪਾਂ ਫਿਰ ਕਵਾਂਗੇ ਕਿ V1 ਲੈਸ ਦੈਨ ਸਕੁਅਰ ਰੂਟ 2GR ਦਾ ਤਾਂ ਸਟੋਨ ਵਿਲ ਓਸੀਲੇਟ ਅਬਾਊਟ ਲੋਐਸਟ ਪੁਆਇੰਟ। ਸੋ ਆਪਾਂ ਇਹਦੇ ਵਿੱਚ ਸਾਰੀਆਂ ਗੱਲਾਂ ਡਿਸਕਸ ਕੀਤੀਆਂ। ਫਿਰ ਆਪਾਂ ਨੂੰ ਰੀਕੈਪਚੁਲੇਟ ਕਰ ਲੈਂਦੇ ਹਾਂ ਕਿ ਆਪਾਂ ਦੇਖਿਆ ਕਿ ਸਟੋਨ ਘੁੰਮ ਰਿਹਾ ਤੇ ਉਹਦੀ ਘੱਟੋ ਘੱਟ ਵੈਲੋਸਿਟੀ ਕਿੰਨੀ ਹੋਣੀ ਚਾਹੀਦੀ ਹੈ। ਲੋਐਸਟ ਪੁਆਇੰਟ ਤੇ ਉਹ ਸਕੁਅਰ ਰੂਟ 5GR ਆਈ, ਹਾਈਐਸਟ ਪੁਆਇੰਟ ਤੇ ਸਕੁਅਰ ਰੂਟ GR ਆਈ, ਤੇ ਜੇ ਸਕੁਅਰ ਰੂਟ 2GR ਤੋਂ ਘੱਟ ਹੈ ਤਾਂ ਇਹ ਓਸੀਲੇਟ ਕਰੇਗਾ, ਤੇ ਜੇ ਸਕੁਅਰ ਰੂਟ 2GR ਤੋਂ ਲੈ ਕੇ ਸਕੁਅਰ ਰੂਟ 5GR ਦੇ ਵਿੱਚ ਹੈ ਤਾਂ ਇਹ ਇੱਥੇ ਕਿਤੇ ਆ ਕੇ ਸਰਕਲ ਨੂੰ ਲੀਵ ਕਰ ਜਾਏਗਾ। ਠੀਕ ਹੈ, ਇਹ ਗੱਲਾਂ ਆਪਾਂ ਦੇਖੀਆਂ। ਉਹਦੇ ਲਈ ਆਪਾਂ ਸਾਰੀਆਂ ਟੈਂਸ਼ਨ ਦੀ ਕੈਲਕੂਲੇਸ਼ਨ ਕੀਤੀ, ਠੀਕ ਹੈ ਨਾ, ਵੈਲੋਸਿਟੀਜ਼ ਦੀ ਕੈਲਕੂਲੇਸ਼ਨ ਕੀਤੀ। ਪਹਿਲੇ ਆਪਾਂ ਇਸ ਪੁਆਇੰਟ ਤੇ ਕਿਨੈਟਿਕ એનર્ਜੀ ਤੇ ਪੋਟੈਂਸ਼ੀਅਲ એનર્ਜੀ ਦੀ ਗੱਲ ਕੀਤੀ, ਇਸ ਪੁਆਇੰਟ ਤੇ ਕਿਨੈਟਿਕ એનર્ਜੀ ਤੇ ਪੋਟੈਂਸ਼ੀਅਲ એનર્ਜੀ ਦੀ ਗੱਲ ਕੀਤੀ। ਉੱਥੋਂ ਆਪਾਂ ਵੈਲੋਸਿਟੀਜ਼ ਕੈਲਕੂਲੇਟ ਕਰ ਲਈਆਂ, V1 V2 ਦੀ ਵੈਲਿਊ, ਠੀਕ ਹੈ ਨਾ, V2 = V1 - 2GR। ਠੀਕ ਹੈ, ਉਸ ਤੋਂ ਬਾਅਦ ਆਪਾਂ ਟੈਂਸ਼ਨ ਦੀ ਗੱਲ ਕੀਤੀ, ਡਿਫਰੈਂਟ ਫੋਰਸਿਸ ਦੀ ਗੱਲ ਕੀਤੀ। ਠੀਕ ਹੈ, ਫਿਰ ਆਪਾਂ ਦੇਖਿਆ ਕਿ ਟੈਂਸ਼ਨ ਕਿੱਥੇ ਜ਼ੀਰੋ ਹੁੰਦੀ ਹੈ, ਲੋਐਸਟ ਪੁਆਇੰਟ ਤੇ ਟੈਂਸ਼ਨ ਕਿੰਨੀ, ਹਾਈਐਸਟ ਪੁਆਇੰਟ ਤੇ ਟੈਂਸ਼ਨ ਕਿੰਨੀ ਹੈ, ਡਿਫਰੈਂਸ ਇਨ ਟੈਂਸ਼ਨ ਕਿੰਨਾ ਹੈ। ਠੀਕ ਹੈ, ਫਿਰ ਆਪਾਂ ਦੇਖਿਆ ਕਿ ਲੂਪਿੰਗ ਦਾ ਲੂਪ ਲਈ ਕੀ ਕੰਡੀਸ਼ਨ ਚਾਹੀਦੀ ਹੈ। ਠੀਕ ਹੈ, ਸੋ ਇਹ ਚੀਜ਼ ਪ੍ਰੈਕਟਿਸ ਵਾਲੀ ਹੈ, ਚੰਗੀ ਤਰ੍ਹਾਂ ਪ੍ਰੈਕਟਿਸ ਕਰੋ ਇਹਦੀ, ਤੇ ਇੰਟਰਸਟਿੰਗ ਵੀ ਹੈ, ਅੱਛੀ ਤਰ੍ਹਾਂ ਕਰੋ। ਹੁਣ ਨੈਕਸਟ ਆਪਾਂ ਇਹਦੇ ਬੇਸ ਤੇ ਐਪਲੀਕੇਸ਼ਨ ਕਰ ਰਹੇ ਹਾਂ, ਐਪਲੀਕੇਸ਼ਨ ਆਫ ਮੋਸ਼ਨ ਇਨ ਅ ਵਰਟੀਕਲ ਸਰਕਲ। ਉਹਦੇ 'ਚ ਆਪਾਂ, ਤੁਸੀਂ ਕਈ ਵਾਰੀ ਆਪੇ ਕਰਕੇ ਵੀ ਦੇਖਿਆ ਹੈਗਾ ਕਿ ਬਾਲਟੀ 'ਚ ਪਾਣੀ ਪਾ ਕੇ ਆਪਾਂ ਇਸ ਤਰ੍ਹਾਂ ਸਰਕਲ 'ਚ ਘੁਮਾਉਂਦੇ ਹਾਂ ਤੇ ਪਾਣੀ ਡੁੱਲਦਾ ਨਹੀਂ ਹੋ। ਠੀਕ ਹੈ, ਉਹਦੇ ਬਾਰੇ ਹੁਣ ਆਪਾਂ ਗੱਲ ਕਰਾਂਗੇ। ਕੰਸੀਡਰ ਅ ਬਕਟ ਫਿਲ ਆਫ ਵਾਟਰ, ਲੈਟ ਦਾ ਬਕਟ ਰੋਟੇਟਸ ਇਨ ਅ ਵਰਟੀਕਲ ਸਰਕਲ ਆਫ ਰੇਡੀਅਸ R। ਹਾਂਜੀ, ਦੇਖੋ ਆਹ ਬਕਟ ਆਪਾਂ ਟੌਪ ਤੇ ਦਿਖਾਈ ਹੈ। ਸੋ ਇਹਦੇ ਵਿੱਚ ਦੇਖੋ weight ਆਫ ਦਾ ਬਕਟ mg ਡਾਊਨਵਰਡ ਐਕਟ ਕਰ ਰਿਹਾ। ਹੁਣ ਇਸ ਤਲੇ ਤੇ ਨੋਰਮਲ ਡਾਇਰੈਕਸ਼ਨ ਵੀ, ਕਿਉਂਕਿ ਬਕਟ ਦਾ ਮੂੰਹ ਥੱਲੇ ਨੂੰ ਹੈ, ਪਾਣੀ ਇੱਥੇ ਖੜਾ ਹੈ, ਤੇ ਨੋਰਮਲ ਡਾਇਰੈਕਸ਼ਨ ਵੀ ਥੱਲੇ ਨੂੰ ਐਕਟ ਕਰ ਰਿਹਾ, ਕਿਉਂਕਿ ਤਲੇ ਦੇ ਉੱਤੇ ਪਾਣੀ ਪਿਆ ਹੈ ਤੇ ਤਲਾ ਜਦੋਂ ਉੱਪਰ ਚਲਾ ਗਿਆ ਤੇ ਨੋਰਮਲ ਡਾਇਰੈਕਸ਼ਨ ਵੀ ਡਾਊਨਵਰਡ ਐਕਟ ਕਰ ਰਿਹਾ। ਠੀਕ ਹੈ, ਸੋ ਦੋਨੋਂ ਚੀਜ਼ਾਂ ਡਾਊਨਵਰਡ ਐਕਟ ਕਰ ਰਹੀਆਂ ਨੇ ਤੇ ਇਹ ਕਰ ਰਹੀਆਂ ਨੇ ਟੁਵਰਡਸ ਦਾ ਸੈਂਟਰ। ਜਦੋਂ ਇਹ ਦੋਨੋਂ ਚੀਜ਼ਾਂ ਸੈਂਟਰ ਵੱਲ ਐਕਟ ਕਰ ਰਹੀਆਂ ਤਾਂ ਇਹ ਇਹਨਾਂ ਦਾ ਜੋੜ ਜਿਹੜਾ ਨੈਸੈਸਰੀ ਸੈਂਟੀਮੀਟਰ ਫੋਰਸ ਦੇਗਾ। ਠੀਕ ਹੈ, ਸੋ ਤਾਂ ਕਰਕੇ ਆਪਾਂ ਲਿਖ ਲਿਆ ਸੈਂਟੀਮੀਟਰ ਫੋਰਸ ਦੇ ਬਰਾਬਰ। ਇੱਥੋਂ R ਦੀ ਵੈਲਿਊ ਆ ਗਈ ਆ। ਹੁਣ ਦੇਖੋ ਇਹ ਜੇ weight ਨਾਲੋਂ ਜ਼ਿਆਦਾ ਹੈ ਤਾਂ ਹੀ ਇਹ ਘੁੰਮੇਗਾ, ਜੇ weight ਡੋਮੀਨੇਟ ਕਰ ਜਾਏਗਾ ਤਾਂ ਥੱਲੇ ਡਿੱਗ ਪਏਗਾ। ਇਸ ਕਰਕੇ ਆਪਾਂ ਕਹਾਂਗੇ R ਸ਼ੁੱਡ ਬੀ ਗ੍ਰੇਟਰ ਦੈਨ ਇਕੁਅਲ ਟੂ 0। ਠੀਕ ਹੈ, ਤਾਂ ਹੀ ਪਾਣੀ ਜਿਹੜਾ ਬਕਟ ਵਿੱਚ ਰਹੇਗਾ। ਸੋ ਇੱਥੋਂ ਆਪਣੇ ਕੋਲ ਆ ਗਿਆ ਕਿ this - this should be greater than equal to 0, ਤੇ ਉੱਥੋਂ ਆਪਣੇ ਕੋਲ m ਕੈਂਸਲ ਹੋ ਗਿਆ ਦੋਨੋਂ ਪਾਸਿਓਂ, V²/R greater than equal to G ਆ ਗਿਆ, ਤੇ V² greater than equal to RG ਔਰ V² greater than equal to ਸਕੁਅਰ ਰੂਟ GR ਆ ਗਿਆ। ਉਹੀ ਟੌਪ ਤੇ ਉਹੀ GR ਸਕੁਅਰ ਰੂਟ ਦੀ ਵਾਲੀ ਵੈਲਿਊ ਆ ਗਈ। ਦੇਖੋ, ਤੇ ਆਪਾਂ ਕਹਾਂਗੇ ਪਾਣੀ ਜਿਹੜਾ ਹੈ ਉਹ ਬਕਟ ਵਿੱਚ ਰਹੇਗਾ ਘੁੰਮਦੇ ਹੋਏ ਜੇ ਵੈਲੋਸਿਟੀ ਇਹਦੇ ਤੋਂ ਜ਼ਿਆਦਾ ਰਹਿੰਦੀ ਹੈ ਜਾਂ ਮਿਨੀਮਮ ਵੈਲੋਸਿਟੀ ਇਹਦੇ ਬਰਾਬਰ ਰਹਿੰਦੀ ਹੈ। ਠੀਕ ਹੈ, ਤੇ ਇਹਦੇ ਤੋਂ ਜੇ ਘੱਟ ਜਾਂਦੀ ਹੈ ਤਾਂ ਵਾਟਰ ਵਿਲ ਫਾਲ ਆਊਟ ਆਫ ਦਾ ਬਕਟ। ਓਕੇ, ਹੁਣ ਦੇਖੋ ਸੈਕਿੰਡ ਐਪਲੀਕੇਸ਼ਨ ਹੈ ਮੋਟਰਸਾਈਕਲਿਸਟ ਦੀ। ਸੋ ਮੋਟਰਸਾਈਕਲਿਸਟ ਮੌਤ ਕਾ ਕੁਆਂ ਤੁਸੀਂ ਦੇਖਿਆ ਹੈਗਾ, ਜਿਹਦੇ 'ਚ ਵਰਟੀਕਲ ਸਰਕਲ ਦੇ ਵਿੱਚ ਮੋਟਰਸਾਈਕਲ ਚਲਾਉਂਦਾ ਉਹ ਵੀ ਜਦੋਂ ਮੋਟਰਸਾਈਕਲ ਲੈ ਕੇ ਆਉਂਦਾ ਤਾਂ ਇਹ ਸਪੀਡ ਨਾਲ ਲੈ ਕੇ ਆਉਂਦਾ ਕਿ ਇੱਥੇ ਜਿਹੜੀ ਉਹਦੀ ਗਤੀ ਹੈ ਉਹ ਸਕੁਅਰ ਰੂਟ 5GR ਨਾਲੋਂ ਵੱਧ ਹੋਵੇ, ਤੇ ਜੇ ਉਸ ਤੋਂ ਵੱਧ ਹੋਏਗੀ ਤਾਂ ਉਹ ਪੂਰਾ ਚੱਕਰ ਘੁੰਮ ਜਾਏਗਾ। ਠੀਕ ਹੈ, ਸੋ ਮਿਨੀਮਮ ਸਪੀਡ ਐਟ ਦਾ ਬੋਟਮ ਆਫ ਦਾ ਕੇਜ ਉਹਦੀ ਜਿਹੜੀ ਹੈ ਸਕੁਅਰ ਰੂਟ 5GR ਹੋਏਗੀ ਤੇ ਉਹ ਪੂਰਾ ਚੱਕਰ ਘੁੰਮ ਜਾਂਦਾ। ਤਾਂ ਇਸ ਤਰ੍ਹਾਂ ਸਪੀਡ ਆਪਣੀ ਮੇਨਟੇਨ ਕਰਦਾ ਪਹਿਲਾਂ ਤੇ ਫਿਰ ਉਹ ਵਰਟੀਕਲ ਸਰਕਲ 'ਚ ਘੁੰਮਦਾ ਹੈ। ਇਸੇ ਤਰ੍ਹਾਂ 에ਅਰਕ੍ਰਾਫਟ 'ਚ ਪਾਇਲਟ ਵੀ, 에ਅਰਕ੍ਰਾਫਟ ਤੁਸੀਂ ਦੇਖਿਆ ਹੈਗਾ ਕਿ ਉਹ ਇਸ ਤਰ੍ਹਾਂ ਪੁੱਠਾ ਘੁਮਾ ਕੇ ਤੇ ਐ ਲੂਪਿੰਗ ਦਾ ਲੂਪ ਜਿਹਨੂੰ ਆਪਾਂ ਕਹਿੰਦੇ ਆ ਕਿ ਉਹ ਇੱਕ ਚੱਕਰ ਪੂਰਾ ਐ ਕੱਢ ਲੈਂਦੇ ਆ ਲੂਪ। ਠੀਕ ਹੈ, ਸੋ ਦ ਪਾਇਲਟ ਆਫ ਐਨ 에ਅਰਕ੍ਰਾਫਟ ਲੂਪਸ ਦਾ ਲੂਪ। ਠੀਕ ਹੈ ਨਾ, ਲੂਪਸ ਦਾ ਲੂਪ ਆ ਚੀਜ਼ ਹੋ ਗਈ ਹੈ, ਲੂਪਸ ਦਾ ਲੂਪ। ਠੀਕ ਹੈ ਨਾ, ਵਿਦਾਊਟ ਫੋਲਿੰਗ ਬਿਕੋਜ਼ ਮਿਨੀਮਮ ਸਪੀਡ ਐਟ ਦਾ ਬੋਟਮ ਆਫ ਦਾ ਵਰਟੀਕਲ ਸਰਕਲ ਇਜ਼ ਮੋਰ ਦੈਨ ਸਕੁਅਰ ਰੂਟ 5GR। ਠੀਕ ਹੈ, ਸੋ ਇਹ ਐਪਲੀਕੇਸ਼ਨ ਸੀਗੀਆਂ। ਇਹ ਟੌਪਿਕ ਤੁਸੀਂ ਅੱਛੀ ਤਰ੍ਹਾਂ ਕਰ ਲਓ। ਥੈਂਕ ਯੂ।